ਸ੍ਰੀ ਅਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਆਖਰੀ ਘੰਟਿਆਂ 'ਚ ਕੀ ਬੀਤਿਆ। ਪੋਹ ਦੀਆਂ ਠੰਡੀਆਂ ਰਾਤਾਂ ਵਿੱਚ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਦਾ ਸਮੁੱਚਾ ਪਰਿਵਾਰ ਤੇ ਹਜ਼ਾਰਾਂ ਸਿੰਘਾਂ ਨੇ ਆਪਣੀ ਜਾਨ ਤੇ ਖੇਡਦੇ ਹੋਏ ਇੱਕ ਬੇਮਿਸਾਲ ਇਤਿਹਾਸ ਦੀ ਸਿਰਜਣਾ ਕੀਤੀ ਹੈ। ਦੁਨੀਆ ਦੇ ਇਤਿਹਾਸ ਵਿੱਚ ਅਜਿਹੀ ਅਦੁੱਤੀ ਸ਼ਹਾਦਤਾਂ ਦੀ ਦਾਸਤਾਨ ਕਿਤੇ ਵੀ ਨਹੀਂ ਮਿਲਦੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਸਮੇਤ ਤੇ ਕੁਝ ਸਿੰਘਾਂ ਦੇ ਨਾਲ ਤੇ ਅਨੰਦਪੁਰ ਦਾ ਕਿਲ੍ਹਾ ਛੱਡਿਆ ਤਾਂ ਉਹਨਾਂ ਕੋਲ ਨਾ ਦੇ ਬਰਾਬਰ ਸਮਾਨ ਸੀ। ਕੁਝ ਸਵਾਲ ਅਜਿਹੇ ਇਤਿਹਾਸਕਾਰ ਖੜੇ ਕਰ ਗਏ ਕਿ ਅਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਬਾਅਦ ਲੱਖਾਂ ਕਰੋੜਾਂ ਦਾ ਖਜ਼ਾਨਾ ਕਿਸ ਟਿਕਾਣੇ ਲਾਇਆ ਗਿਆ। ਮੁਗਲ ਫੌਜ ਦੇ ਹੱਥ ਇੱਕ ਸਿੱਕਾ ਵੀ ਨਹੀਂ ਲੱਗਿਆ, ਭਾਵੇਂ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਦੇ ਖਜ਼ਾਨੇ ਵਿੱਚੋਂ ਇੱਕ ਵੀ ਸ਼ੈ ਆਪਣੇ ਨਾਲ ਨਹੀਂ ਲੈ ਕੇ ਗਏ। ਜ਼ਾਲਮ ਔਰੰਗਜ਼ੇਬ ਦੀ ਗੁਰੂ ਸਾਹਿਬ ਕੋਲ ਅਜਿਹੀ ਚੀਜ਼ ਸੀ ਕਿ ਰਾਜ ਗਿਆ ਬਾਜ ਗਿਆ। ਸਾਹਿਬਜ਼ਾਦੇ ਸ਼ਹੀਦ, ਜਾਨ ਤੋਂ ਪਿਆਰੇ ਸਿੰਘ ਗਏ, ਪਰਿਵਾਰ ਦਾ ਵਿਛੋੜਾ ਅਨੰਦਪੁਰ ਸਾਹਿਬ ਛੱਡਣਾ ਪਿਆ। ਸਭ ਕੁਝ ਚਲੇ ਜਾਣ ਤੋਂ ਬਾਅਦ ਵੀ ਗੁਰੂ ਸਾਹਿਬ ਨੇ ਅੰਤ ਸਮੇਂ ਤੱਕ ਆਪਣੇ ਕੋਲ ਕੀ ਸੰਭਾਲ ਕੇ ਰੱਖਿਆ। ਖਾਲਸੇ ਦੀਆਂ ਸਾਰੀਆਂ ਤੋਪਾਂ ਕਿਉਂ ਨਕਾਰਾ ਹੋ ਗਈਆਂ। ਉਸ ਅਭਾਗੀ ਰਾਤ ਨੂੰ ਅਨੰਦਪੁਰ ਸਾਹਿਬ ਛੱਡਣ ਵੇਲੇ ਗੁਰੂ ਪਰਿਵਾਰ ਦਾ ਮੈਂਬਰ ਹੀ ਗਦਾਰ ਨਿਕਲਿਆ ਤੇ ਉਹ ਪਹਾੜੀ ਰਾਜਿਆਂ ਨਾਲ ਹੱਥ ਮਿਲਾ ਕੇ ਅਨੰਦਪੁਰ ਸਾਹਿਬ ਦਾ ਮਾਲਕ ਬਣ ਬੈਠਿਆ। ਆਪਣੇ ਆਪ ਨੂੰ ਸਿੱਖਾਂ ਦਾ 11ਵਾਂ ਗੁਰੂ ਅਖਵਾਉਣ ਲੱਗ ਪਿਆ। ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ 7 ਮਹੀਨਿਆਂ ਤੋਂ ਘੇਰਾ ਪਾਉਣ ਵਾਲੀ ਫੌਜ ਦੀ ਗਿਣਤੀ ਕਿੰਨੀ ਸੀ। ਔਰੰਗਜ਼ੇਬ ਦੀ ਫੌਜ, 22 ਧਾਰ ਦੇ ਰਾਜਿਆਂ ਦੀ ਫੌਜ, ਰੰਗੜਾਂ ਦੀ ਫੌਜ ਦਾ ਜ਼ਿਕਰ ਸਾਨੂੰ ਕਿਤੇ ਇਤਿਹਾਸਕ ਸਰੋਤ ਵਿੱਚ ਨਹੀਂ ਮਿਲਦਾ। ਤਵਾਰੀਖ ਵਿੱਚ ਗਿਆਨੀ ਗਿਆਨ ਸਿੰਘ ਲਿਖਦੇ ਹਨ ਕਿ ਫੌਜ ਦੀ ਗਿਣਤੀ ਇੰਨੀ ਸੀ ਕਿ ਜੇਕਰ ਸਾਰੀ ਫੌਜ ਦਾ ਇੱਕ ਸਿਪਾਹੀ ਮੁੱਠੀ ਭਰ ਕੇ ਮਿੱਟੀ ਦੀ ਸੁੱਟੇ ਤਾਂ ਸਾਰੀ ਅਨੰਦਪੁਰ ਸਾਹਿਬ ਸਮੇਤ ਸਾਰੇ ਕਿਲ੍ਹਿਆਂ ਨੂੰ ਮਿੱਟੀ ਵਿੱਚ ਦੱਬਿਆ ਜਾ ਸਕਦਾ ਸੀ। ਕਿਲ੍ਹੇ ਦੇ ਅੰਦਰ ਦੇ ਹਾਲਾਤ ਕਾਫੀ ਬਦਤਰ ਹੋ ਗਏ ਸਨ। ਕਈ ਮਹੀਨਿਆਂ ਤੋਂ ਕਿਲ੍ਹੇ ਦਾ ਰਾਸ਼ਨ, ਅੰਨ ਪਾਣੀ ਖਤਮ ਹੋ ਚੁੱਕਿਆ ਸੀ। ਸਿੰਘ ਕਈ ਦਿਨਾਂ ਤੋਂ ਭੁੱਖੇ ਪਿਆਸੇ ਸਨ, ਕਿਉਂਕਿ ਘੇਰਾ ਪਏ ਨੂੰ ਕਈ ਮਹੀਨੇ ਹੋ ਚੁੱਕੇ ਸਨ। ਜਿਸ ਕਾਰਨ ਕਿਲ੍ਹੇ ਦੇ ਅੰਦਰ ਰਾਸ਼ਨ ਪਾਣੀ ਆਉਣਾ ਬੰਦ ਹੋ ਗਿਆ ਸੀ। ਇਸ ਕਾਰਨ ਕਈ ਸਿੰਘ ਸ਼ਹੀਦ ਵੀ ਹੋ ਗਏ। ਸਿੰਘਾਂ ਦੇ ਘੋੜੇ ਭੁੱਖੇ ਮਰ ਰਹੇ ਸਨ। ਅਸਾਮ ਦੇ ਰਾਜੇ ਰਤਨ ਰਾਏ ਨੇ ਗੁਰੂ ਜੀ ਨੂੰ ਇੱਕ ਪ੍ਰਸ਼ਾਦੀ ਹਾਥੀ ਭੇਟ ਕੀਤਾ ਸੀ। ਇਸ ਹਾਥੀ ਦੀ ਖਾਸੀਅਤ ਇਹ ਸੀ ਕਿ ਇਸ ਦੀ ਸੁੰਡ ਤੋਂ ਲੈ ਕੇ ਪੂੰਛ ਤੱਕ ਇੱਕ ਚਿੱਟੀ ਧਾਰੀ ਸੀ। ਇਸ ਤਰ੍ਹਾਂ ਦੇ ਬੇਸ਼ਕੀਮਤੀ ਹਾਥੀ ਉਸ ਸਮੇਂ ਦੁਨੀਆ ਵਿੱਚ ਕੋਈ 2-4 ਹੀ ਸਨ। ਉਹ ਹਾਥੀ ਵੀ ਭੁੱਖ ਨਾਲ ਤੜਫਦਾ ਹੋਇਆ ਮਰ ਗਿਆ ਸੀ। ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦਾ ਫੈਸਲਾ ਲਿਆ ਗਿਆ ਤਾਂ ਗੁਰੂ ਜੀ ਨੇ ਤੁਰਕ ਫੌਜਾਂ ਨੂੰ ਸੁਨੇਹਾ ਭਿਜਵਾਇਆ। ਉਹਨਾਂ ਨੇ ਫੌਜਾਂ ਨੂੰ ਕੀਰਤਪੁਰ ਵਾਲੇ ਪਾਸੇ ਹਟ ਕੇ ਰਾਹ ਬਣਾ ਦਿੱਤਾ। 7 ਮਹੀਨਿਆਂ ਤੋਂ ਉਹ ਇਸੇ ਪਲ ਦੀ ਉਡੀਕ ਕਰ ਰਹੇ ਸਨ। ਦਿਨ ਦੇ ਆਖਰੀ ਕੁਝ ਘੰਟੇ ਹੀ ਬਚੇ ਸਨ। ਅੱਜ ਸੂਰਜ ਵੀ ਡੁੱਬਣ ਨੂੰ ਕਾਲਾ ਹੋਇਆ ਪਿਆ ਸੀ। ਕਿਲ੍ਹੇ ਦੇ ਅੰਦਰ ਦੇ ਸਮਾਨ ਦਾ ਜਾਇਜ਼ਾ ਲਾਇਆ ਜਾ ਰਿਹਾ ਸੀ ਤੇ ਕੁਝ ਨਾਲ ਲਿਜਾਇਆ ਜਾ ਸਕਦਾ ਸੀ। ਖਾਲਸੇ ਦੇ ਖਜ਼ਾਨੇ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਖਾਲਸੇ ਦੇ ਖਜ਼ਾਨੇ ਵਿੱਚ ਸੋਨਾ, ਚਾਂਦੀ, ਹੀਰੇ ਮੋਤੀ ਅਪਾਰ ਧਨ ਸੀ, ਪਰ ਗੁਰੂ ਸਾਹਿਬ ਘੱਟ ਤੋਂ ਘੱਟ ਸਮਾਨ ਨਾਲ ਲਿਜਾਣਾ ਚਾਹੁੰਦੇ ਸਨ। ਗੁਰੂ ਗੋਬਿੰਦ ਸਾਹਿਬ ਜਾਣਦੇ ਸਨ ਕਿ ਤੁਰਕ ਆਪਣੀ ਜਾਤ ਪਛਾਣ ਕੇ ਬਹੀਰ ਦੇ ਉੱਤੇ ਹਮਲਾ ਜ਼ਰੂਰ ਕਰਨਗੇ। ਉਹਨਾਂ ਨਾਲ ਖੰਡਾ ਖੜਕਾਉਣ ਸਮੇਂ ਹੀਰੇ ਮੋਤੀਆਂ ਨੇ ਨਹੀਂ, ਸਰਬ ਲੋਹ ਨੇ ਹੀ ਕੰਮ ਆਉਣਾ ਹੈ। ਗੁਰੂ ਜੀ ਨੇ ਆਪਣਾ ਸਾਰਾ ਖਜ਼ਾਨਾ ਦਰਿਆ ਵਿੱਚ ਰੋੜ ਦਿੱਤਾ। ਜਦੋਂ ਮਾਤਾ ਗੁਜਰੀ ਜੀ ਨੇ ਗੁਰੂ ਸਾਹਿਬ ਨੂੰ ਪੁੱਛਿਆ ਕਿ ਇਹ ਸਾਰਾ ਖਜ਼ਾਨਾ ਸਿੰਘਾਂ ਨੂੰ ਹੀ ਵੰਡ ਦਈਏ ਜੋ ਇੰਨੀ ਦੇਰ ਤੋਂ ਆਪਣੇ ਨਾਲ ਭੁੱਖੇ ਪਿਆਸੇ ਬੈਠੇ ਹਨ, ਤਾਂ ਗੁਰੂ ਸਾਹਿਬ ਨੇ ਕਿਹਾ ਕਿ ਇਹ ਸਿੰਘ 7 ਮਹੀਨਿਆਂ ਤੋਂ ਮੇਰੇ ਨਾਲ ਖੜੇ ਹਨ।
ਇਹਨਾਂ ਦੇ ਪਿਆਰ ਦਾ ਦੇਣ ਮੈਂ ਨਹੀਂ ਦੇ ਸਕਦਾ ਤੇ ਮੈਂ ਇਹਨਾਂ ਨੂੰ ਹੀਰੇ ਮੋਤੀ ਵੰਡ ਕੇ ਖਰੀਦਣਾ ਨਹੀਂ ਚਾਹੁੰਦਾ। ਮੈਂ ਚੰਦ ਸੋਨੇ ਦੇ ਸਿੱਕੇ ਦੇ ਕੇ ਇਹਨਾਂ ਦੇ ਪਿਆਰ ਦਾ ਮਿਆਰ ਨੂੰ ਨੀਵਾਂ ਨਹੀਂ ਕਰਨਾ ਚਾਹੁੰਦਾ। ਜੋ ਖਜ਼ਾਨਾ ਉਸ ਰਾਤ ਦਰਿਆ ਦੀ ਭੇਟ ਚੜ੍ਹਿਆ, ਜੋ ਹੀਰੇ ਤੇ ਸੋਨੇ ਨਾਲੋਂ ਵੀ ਬੇਸ਼ਕੀਮਤੀ ਸੀ, ਜਿਹੜਾ ਕਿਸੇ ਦੇ ਹੱਥ ਨਹੀਂ ਸੀ ਲੱਗਣਾ ਚਾਹੁੰਦਾ। ਗੁਰੂ ਗੋਬਿੰਦ ਸਿੰਘ ਜੀ ਕੋਲ 52 ਕਵੀ ਸਨ, ਜਿਨ੍ਹਾਂ ਦੀਆਂ ਲਿਖਤਾਂ ਨੂੰ ਇਕੱਠਾ ਕਰਕੇ ਇੱਕ ਵੱਡਾ ਗ੍ਰੰਥ ਤਿਆਰ ਕੀਤਾ ਗਿਆ ਸੀ। 9 ਮਣ ਦਾ ਗ੍ਰੰਥ 360 ਕਿਲੋ ਦੇ ਕਰੀਬ ਇਸ ਦਾ ਭਾਰ ਬਣਦਾ ਸੀ। 9 ਮਣ ਇਸ ਗ੍ਰੰਥ ਦਾ ਨਾਮ ਸੀ ਵਿਦਿਆਧਰ। ਇਸ ਵਿੱਚੋਂ ਕੁਝ ਚੋਣਵੀਆਂ ਲਿਖਤਾਂ ਭਾਈ ਸੈਨਾਪਤ ਤੇ ਭਾਈ ਨੰਦ ਲਾਲ ਦੀਆਂ ਲਿਖਤਾਂ ਕੱਢ ਕੇ ਬਾਕੀ ਸਾਰੇ ਗ੍ਰੰਥ ਨੂੰ ਅਗਨ ਭੇਟ ਕੀਤਾ ਗਿਆ। ਇਹ ਖਾਲਸੇ ਨੂੰ ਉਹ ਘਾਟਾ ਪਿਆ ਜਿਸ ਦੀ ਭਰਪਾਈ ਅੱਜ ਤੱਕ ਨਹੀਂ ਹੋ ਸਕੀ। ਜੇ ਇਹ ਲਿਖਤਾਂ ਅੱਜ ਸਾਡੇ ਕੋਲ ਹੁੰਦੀਆਂ ਤਾਂ ਪਤਾ ਨਹੀਂ ਉਹ ਕਿੰਨੇ ਇਤਿਹਾਸ ਦੇ ਅਣਛੂਤੇ ਪੱਖ ਹਨ ਜਿਨ੍ਹਾਂ ਤੋਂ ਅਸੀਂ ਅਜੇ ਵੀ ਅਣਜਾਣ ਹਾਂ, ਜਿਨ੍ਹਾਂ ਬਾਰੇ ਅਸੀਂ ਨਹੀਂ ਜਾਣਦੇ। ਉਹ ਸਾਰੇ ਸਾਡੇ ਸਾਹਮਣੇ ਹੁੰਦੇ। 20 ਸਾਲ ਲੱਗੇ ਉਸ ਵਿਦਿਆਧਰ ਗ੍ਰੰਥ ਨੂੰ ਤਿਆਰ ਕਰਨ ਵਿੱਚ, ਜਿਸ ਨੂੰ ਕੁਝ ਪਲ ਵਿੱਚ ਹੀ ਅੱਗ ਦੀਆਂ ਲਪਟਾਂ ਨਿਗਲ ਗਈਆਂ। ਕਾਬਲ ਦੇ ਸਿੱਖਾਂ ਨੇ ਗੁਰੂ ਜੀ ਨੂੰ ਕਈ ਬੇਸ਼ਕੀਮਤੀ ਨਗੀਨੇ ਤੇ ਚਾਨਣੀਆਂ ਦੇ ਤੰਬੂ ਭੇਟ ਕੀਤੇ ਸਨ। ਉਹ ਸਭ ਕੁਝ ਵੀ ਅਗਨ ਭੇਟ ਹੀ ਕੀਤਾ ਗਿਆ। ਉਹਨਾਂ ਕੁਝ ਚੰਦ ਘੰਟਿਆਂ ਨੇ ਇੰਨਾ ਕੁਝ ਖੋਹ ਲਿਆ ਜੋ ਕਿੰਨਾ ਚਿਰ ਤੋਂ ਸਾਂਭਿਆ ਹੋਇਆ ਸੀ। ਅਨੰਦਪੁਰ ਸਾਹਿਬ ਵਿੱਚ ਕੁੱਲ 4 ਕਿਲੇ ਸਨ। ਇਹਨਾਂ ਕਿਲਿਆਂ ਦੀ ਰਾਖੀ ਕਰਦੀਆਂ ਸਨ 2 ਦਰਜਨ ਤੋਪਾਂ। ਗੁਰੂ ਸਾਹਿਬ ਦੇ ਕਹਿਣ ਤੇ ਸਿੰਘਾਂ ਨੇ ਉਹ ਤੋਪਾਂ ਅੱਜ ਆਪਣੇ ਹੱਥੀਂ ਜੋ ਬਣਾਈਆਂ ਸਨ ਨਕਾਰਾ ਕਰ ਦਿੱਤੀਆਂ ਗਈਆਂ। ਉਹ ਇਸ ਕਦਰ ਨਕਾਰਾ ਕੀਤੀਆਂ ਗਈਆਂ ਤਾਂ ਕਿ ਉਹ ਦੁਬਾਰਾ ਵਰਤੀਆਂ ਨਾ ਜਾਣ। ਜਦੋਂ ਗੁਰੂ ਗੋਬਿੰਦ ਸਿੰਘ ਜੀ ਭਾਈ ਦੇਸਾ ਦੇ ਚੁਬਾਰੇ 'ਚ ਬੈਠ ਕੇ ਜ਼ਫਰਨਾਮਾ ਲਿਖਦੇ ਹਨ, ਉਹਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਔਰੰਗਜ਼ੇਬ ਤੂੰ ਝੂਠੀਆਂ ਕਸਮਾਂ ਖਾ ਕੇ ਆਪਣੇ ਦਸਤਖਤ ਕਰਕੇ ਜਿਹੜੀ ਕੁਰਾਨ ਸ਼ਰੀਫ ਮੈਨੂੰ ਅਨੰਦਪੁਰ ਸਾਹਿਬ ਭੇਜੀ ਸੀ, ਉਹ ਮੈਂ ਅਜੇ ਤੱਕ ਸੰਭਾਲ ਕੇ ਆਪਣੇ ਕੋਲ ਰੱਖੀ ਹੈ। ਜੇ ਵੇਖਣਾ ਚਾਹੁੰਦਾ ਹੈ ਬੇਸ਼ੱਕ ਮੁਲਾਕਾਤ ਕਰ ਲੈ। ਗੁਰੂ ਗੋਬਿੰਦ ਸਿੰਘ ਜੀ ਨੇ ਕੁਰਾਨ ਇਸ ਲਈ ਸੰਭਾਲ ਕੇ ਰੱਖੀ ਸੀ ਕਿ ਉਹ ਸਾਰੇ ਵਰਤਾਰਿਆਂ ਦੀ ਔਰੰਗਜ਼ੇਬ ਦੀ ਪੋਲ ਖੋਲ੍ਹਦਾ। ਸਿੱਖ ਇਤਿਹਾਸ ਦਾ ਬਹੁਤ ਹੀ ਮਹੱਤਵਪੂਰਨ ਦਸਤਾਵੇਜ਼ ਸੀ। ਦਿਨ ਦਾ ਆਖਰੀ ਪਹਿਰ ਸੀ। ਖਾਲਸੇ ਦੀ ਜਨਮ ਭੂਮੀ ਨੂੰ ਆਖਰੀ ਅਲਵਿਦਾ ਕਹਿਣ ਤੋਂ ਪਹਿਲਾਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਦੀਆਂ ਗਲੀਆਂ ਵਿੱਚ ਵਿਚਰਨ ਲਈ ਨਿਕਲਦੇ ਹਨ। ਅਨੰਦਪੁਰ ਸਾਹਿਬ ਦੀ ਹਵਾ ਵਿੱਚ ਇੱਕ ਅੱਡ ਹੀ ਬੈਰਾਗ ਇੰਜ ਜਾਪਦਾ ਸੀ ਜਿਵੇਂ ਲਗਰ ਦੀ ਇੱਕ ਇੱਟ ਤੇ ਗਲੀ ਵਿਛੋੜੇ ਦੀ ਵਿੱਚ ਰੋ ਰਹੀ ਹੋਵੇ। ਗੁਰੂ ਸਾਹਿਬ ਜਦੋਂ ਸੀਸਗੰਜ ਸਾਹਿਬ ਪਹੁੰਚਦੇ ਹਨ, ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ, ਉੱਥੇ ਜਾ ਕੇ ਅਰਦਾਸ ਕਰਨ ਤੋਂ ਬਾਅਦ ਗੁਰੂ ਸਾਹਿਬ ਉੱਥੇ ਰਹਿਣ ਵਾਲੇ ਸਾਧੂ ਗੁਰਬਖਸ਼ ਦਾਸ ਦੀ ਡਿਊਟੀ ਲਾਉਂਦੇ ਹਨ ਕਿ ਸਭ ਦੇ ਜਾਣ ਤੋਂ ਬਾਅਦ ਉੱਥੇ ਸਾਂਭ ਸੰਭਾਲ ਤੇ ਸਫਾਈ ਤੁਸੀਂ ਕਰਨੀ ਹੈ। ਉੱਥੇ ਜੋਤ ਜਗਾਉਣ ਦੀ ਡਿਊਟੀ ਵੀ ਉਸ ਦੀ ਹੀ ਲਗਾਉਂਦੇ ਹਨ। ਫਿਰ ਆਇਆ ਉਹ ਸਮਾਂ ਜਦੋਂ ਗੁਰੂ ਗੋਬਿੰਦ ਸਾਹਿਬ ਜੀ ਅਨੰਦਪੁਰ ਸਾਹਿਬ ਦਾ ਕਿਲਾ ਪਰਿਵਾਰ ਸਮੇਤ ਛੱਡਦੇ ਹਨ। ਗੁਰੂ ਸਾਹਿਬ ਦੀ ਨੀਤੀ ਕਾਰਨ ਹੀ ਸਿੰਘ ਤੇ ਸਾਰਾ ਪਰਿਵਾਰ ਉੱਥੋਂ ਨਿਕਲਣ ਵਿੱਚ ਕਾਮਯਾਬ ਹੋਇਆ। ਲੱਖਾਂ ਦੀ ਫੌਜ ਦਾ ਮੁਕਾਬਲਾ 500 ਸਿੰਘ ਨਾਲ ਕਿਵੇਂ ਕੀਤਾ ਜਾ ਸਕਦਾ ਸੀ? ਉਸ ਵਿੱਚ ਕੁਝ ਸੰਗਤ ਵਿੱਚ ਬੱਚੇ ਬਜ਼ੁਰਗ ਤੇ ਕੁਝ ਸੰਗਤ ਏਦਾਂ ਦੀ ਸੀ ਜਿਨ੍ਹਾਂ ਨੂੰ ਲੜਨਾ ਵੀ ਨਹੀਂ ਸੀ ਆਉਂਦਾ। ਚਮਕੌਰ ਦੀ ਗੜੀ ਤੇ ਸਰਹੰਦ ਦੀਆਂ ਨੀਹਾਂ ਤੱਕ ਤਾਂ ਗੱਲ ਪਹੁੰਚਣੀ ਹੀ ਨਹੀਂ ਸੀ। ਪੂਰਾ ਗੁਰੂ ਪਰਿਵਾਰ ਇੱਥੇ ਸਰਸਾ ਦੇ ਕੰਢੇ ਤੱਕ ਹੀ ਜਾਂਦੇ ਜਾਂਦੇ ਸ਼ਹੀਦ ਕਰ ਦਿੱਤਾ ਜਾਣਾ ਸੀ। ਗੁਰੂ ਗੋਬਿੰਦ ਸਿੰਘ ਜੀ ਦੀ ਜੰਗ ਨੀਤੀ ਅੱਜ ਵੀ ਚੋਟੀ ਦੇ ਜਰਨੈਲਾਂ ਵਿੱਚੋਂ ਹੁੰਦੀ ਹੈ। ਜਿਉਂ ਹੀ ਕਿਲਾ ਛੱਡਿਆ, ਫੌਜ ਨੇ ਕਿਲੇ ਦਾ ਸਮਾਨ ਲੁੱਟ ਪੁੱਟ ਲਿਆ।
ਫਿਰ ਉੱਥੋਂ ਦੇ ਲੋਕਾਂ ਦੇ ਘਰ ਲੁੱਟਣ ਤੋਂ ਬਾਅਦ ਬਾਗ ਬਗੀਚੇ ਵੀ ਤਬਾਹ ਕਰ ਦਿੱਤੇ। ਤੁਰਕਣ ਫੌਜ ਦਾ ਮਕਸਦ ਸੀ ਕਿ ਇਸ ਸ਼ਹਿਰ ਨੂੰ ਇੰਨਾ ਬਰਬਾਦ ਕੀਤਾ ਜਾਵੇ ਕਿ ਮੁੜ ਇੱਥੇ ਕੋਈ ਆ ਕੇ ਬਸਣ ਜੋਗਾ ਨਾ ਰਹੇ। ਗੁਰੂ ਗੋਬਿੰਦ ਸਿੰਘ ਜੀ ਦੁਬਾਰਾ ਇੱਥੇ ਆ ਕੇ ਬਸਣ ਦੀ ਕਦੇ ਸੋਚਣ ਵੀ ਨਾ। ਗੁਰੂ ਜੀ ਦੇ ਭਤੀਜੇ ਸ਼ਾਮ ਸਿੰਘ ਤੇ ਗੁਲਾਬ ਰਾਏ ਨਿਰਮੋਹਗੜ੍ਹ ਦੇ ਕਿਲੇ ਵਿੱਚ ਜਦੋਂ ਗੁਰੂ ਜੀ ਨੂੰ ਮਿਲੇ, ਇਹ ਦੋਵੇਂ ਗੁਰੂ ਤੇਗ ਬਹਾਦਰ ਜੀ ਦੇ ਦੂਰੋਂ ਰਿਸ਼ਤੇ ਵਿੱਚੋਂ ਭਰਾ ਦੇ ਪੋਤਰੇ ਸਨ। ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਆਪਣਾ ਹੁਕਮਨਾਮਾ ਦੇ ਕੇ ਸਿਰਮੌਰ ਦੇ ਰਾਜੇ ਕੋਲ ਭੇਜਿਆ। ਤੁਰਕਾਂ ਨਾਲ ਸਾਡੀ ਅਣਬਣ ਵੱਧ ਚੁੱਕੀ ਹੈ। ਅਸੀਂ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਜਾ ਰਹੇ ਹਾਂ। ਇਹਨਾਂ ਦੋਵਾਂ ਪੁੱਤਰਾਂ ਨੂੰ ਗੁਜ਼ਾਰੇ ਦੇ ਲਈ ਇੱਕ ਪਿੰਡ ਦੀ ਜਾਗੀਰ ਦਿੱਤੀ ਜਾਵੇ। ਰਾਜੇ ਨੇ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕੀਤੀ ਤੇ ਉਹਨਾਂ ਨੂੰ ਜਾਗੀਰ ਦਿੱਤੀ ਗਈ। ਇਹ ਦੋਵੇਂ ਇੱਕ ਵਾਰ ਤਾਂ ਜਾ ਕੇ ਉਸ ਪਿੰਡ ਵਿੱਚ ਵੱਸ ਗਏ, ਪਰ ਗੁਲਾਬ ਰਾਏ ਦੀ ਨੀਅਤ ਖਰਾਬ ਹੋ ਚੁੱਕੀ ਸੀ। 22 ਧਰ ਦੇ ਰਾਜਿਆਂ ਵਿੱਚੋਂ ਇੱਕ ਕਹਿਲੂਰ ਦਾ ਰਾਜਾ ਕੇਸਰੀ ਚੰਦ ਸੀ। ਉਹ ਗੁਰੂ ਜੀ ਨੂੰ ਆਪਣਾ ਪੱਕਾ ਦੁਸ਼ਮਣ ਸਮਝਦਾ ਸੀ। ਕਹਿਲੂਰ ਦਾ ਰਾਜਾ ਕੇਸਰੀ ਚੰਦ ਗੁਰੂ ਜੀ ਦਾ ਪੱਕਾ ਬੈਰੀ ਬਣ ਗਿਆ ਸੀ, ਜਿਸ ਨੇ ਵਜ਼ੀਰ ਖਾਨ ਨਾਲ ਰਲ ਕੇ ਚਮਕੌਰ ਦੀ ਗੜੀ ਤੇ ਸਰਸੇ ਦੇ ਕੰਢੇ ਤੇ ਅਨੰਦਪੁਰ ਸਾਹਿਬ ਵਿੱਚ ਕੋਈ ਮੌਕਾ ਨਹੀਂ ਛੱਡਿਆ ਗੁਰੂ ਸਾਹਿਬ ਨਾਲ ਬੈਰ ਕਮਾਉਣ ਦਾ। ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੇ 3 ਸਾਲ ਬਾਅਦ ਹੀ ਗੁਲਾਬ ਰਾਏ ਉਸ ਕੇਸਰੀ ਚੰਦ ਨਾਲ ਜਾ ਕੇ ਹੱਥ ਮਿਲਾ ਲਿਆ। ਕੇਸਰੀ ਚੰਦ ਤਾਂ ਪਹਿਲਾਂ ਹੀ ਸਿੱਖਾਂ 'ਚ ਪਾੜ ਪਾ ਕੇ ਤਮਾਸ਼ਾ ਵੇਖਣਾ ਚਾਹੁੰਦਾ ਸੀ। ਉਸਨੇ ਅੱਧੇ ਪੈਸਿਆਂ 'ਚ ਹੀ ਅਨੰਦਪੁਰ ਸਾਹਿਬ ਦੀ 60 ਕਿੱਲੇ ਜ਼ਮੀਨ ਗੁਲਾਬ ਰਾਏ ਦੇ ਨਾਂ ਕਰ ਦਿੱਤੀ। ਗੁਲਾਬ ਰਾਏ ਸੋਢੀ ਖਾਨਦਾਨ ਵਿੱਚੋਂ ਹੋਣ ਕਰਕੇ ਅਨੰਦਪੁਰ ਸਾਹਿਬ ਗੱਦੀ ਲਾ ਕੇ ਬੈਠਣ ਲੱਗ ਪਿਆ। ਆਪਣੇ ਆਪ ਨੂੰ 11ਵਾਂ ਗੁਰੂ ਅਖਵਾਉਣ ਲੱਗ ਪਿਆ। ਗੁਰੂ ਗੋਬਿੰਦ ਸਿੰਘ ਦੀ ਨਕਲ ਕਰਦਿਆਂ ਉਸਨੇ ਕਲਗੀ ਸੰਜਾਉਣੀ ਤੇ ਗੁਰੂ ਗੋਬਿੰਦ ਸਿੰਘ ਜੀ ਵਰਗੇ ਸ਼ਸਤਰ ਸਜਾਉਣੇ ਤੇ ਉਹਨਾਂ ਵਰਗੀ ਇਹ ਬਾਣਾ ਪਾਉਣਾ ਸ਼ੁਰੂ ਕਰ ਦਿੱਤਾ। ਉਹ ਦਸ਼ਮੇਸ਼ ਪਿਤਾ ਵਰਗਾ ਬਾਣਾ ਪਾਉਂਦਾ ਸੀ ਤੇ ਸਿੱਖਾਂ ਨੂੰ ਭੁਲੇਖਾ ਪਾਉਣ ਵਿੱਚ ਵੀ ਕਾਮਯਾਬ ਹੋ ਗਿਆ। ਹੌਲੀ ਹੌਲੀ ਕਾਫੀ ਸੰਗਤ ਉਸ ਨਾਲ ਜੁੜਦੀ ਗਈ ਤੇ ਉਸ ਨੂੰ ਭੇਟਾ ਚੜਾਉਣ ਵੀ ਲੱਗ ਪਈ। ਹੱਦ ਤਾਂ ਉਦੋਂ ਹੋ ਗਈ ਜਦੋਂ ਉਸਨੇ ਸ਼ਹੀਦਗੰਜ ਸਾਹਿਬ ਨੂੰ ਜਾ ਕੇ ਮੁੱਲ ਲਿਆ। ਉਸ ਅਪਵਿੱਤਰ ਸਥਾਨ ਨੂੰ ਵੀ ਉਸਨੇ ਹਰਾਮਜ਼ਾਦੇ ਨੇ ਨਹੀਂ ਛੱਡਿਆ। ਜਿਸ ਸਾਧੂ ਗੁਰਬਖਸ਼ ਜੰਤ ਦੀ ਡਿਊਟੀ ਲਾਈ ਗਈ ਸੀ, ਇਸ ਅਪਵਿੱਤਰ ਸਥਾਨ ਦੀ ਬੇਅਦਬੀ ਹੁੰਦੀ ਵੇਖ ਕੇ ਉਸਨੇ ਗੁਲਾਬ ਰਾਏ ਨੂੰ ਬੜਾ ਰੋਕਿਆ ਗਿਆ ਕਿ ਉਹ ਇਹ ਪਾਪ ਨਾ ਕਮਾਵੇ। ਜਦੋਂ ਬੰਦੇ ਦੀ ਮੱਤ ਮਾਰੀ ਜਾਂਦੀ ਹੈ ਨਾ, ਫਿਰ ਉਹ ਕਿਸੇ ਦਾ ਕਹਿਣਾ ਕਿੱਥੇ ਮੰਨਦਾ ਹੈ। ਉਹ ਤਾਂ ਆਪਦੇ ਆਪ ਨੂੰ 11ਵਾਂ ਗੁਰੂ ਮੰਨਦਾ ਸੀ। ਉਲਟਾ ਉਸਨੇ ਉਸ ਸਾਧੂ ਗੁਰਬਖਸ਼ ਦਾਸ ਨੂੰ ਆਪਣੇ 4 ਪੁੱਤਰਾਂ ਤੋਂ ਧੱਕੇ ਮਰਵਾ ਕੇ ਬੇਇੱਜ਼ਤ ਕਰਕੇ ਉਸ ਸਾਧੂ ਨੂੰ ਅਨੰਦਪੁਰ ਸਾਹਿਬ ਚੋਂ ਬਾਹਰ ਕਢਵਾ ਦਿੱਤਾ। ਉਸ ਦੀ ਇੰਨੀ ਬੇਇੱਜ਼ਤੀ ਕੀਤੀ ਕਿ ਉਹ ਦੁਬਾਰਾ ਅਨੰਦਪੁਰ ਸਾਹਿਬ ਵੱਲ ਨਹੀਂ ਆਇਆ। ਪਰ ਗੁਰੂ ਸਾਹਿਬ ਨਾਲ ਧੋਖਾ ਕਰਕੇ ਕੋਈ ਕਿੰਨਾ ਕੁ ਚਿਰ ਸੁਖਾਲਾ ਰਹਿ ਸਕਦਾ ਹੈ। ਅਜਿਹਾ ਭਾਣਾ ਵਾਪਰਿਆ। ਗੁਲਾਬ ਰਾਏ ਦੇ ਪੁੱਤਰਾਂ ਤੇ ਨੂੰਹਾਂ ਇੱਕ ਇੱਕ ਕਰਕੇ ਪੂਰੇ ਹੋਣ ਲੱਗੇ। ਕਿਸੇ ਵੀ ਇਨਸਾਨ ਲਈ ਆਪਣੇ ਪੁੱਤਰ ਤੇ ਨੂੰਹਾਂ ਦਾ ਇਸ ਤਰ੍ਹਾਂ ਦਾ ਮੰਜ਼ਰ ਵੇਖਣਾ ਸਭ ਤੋਂ ਵੱਧ ਦਰਦਨਾਕ ਹੁੰਦਾ ਹੈ। ਆਪਣੇ ਪੁੱਤਰਾਂ ਦੀ ਮੌਤ ਵੇਖ ਕੇ ਗੁਲਾਬ ਰਾਏ ਦੀ ਹਾਲਤ ਪਾਗਲਾਂ ਵਾਲੀ ਹੋ ਗਈ। ਅਨੰਦਪੁਰ ਸਾਹਿਬ ਛੱਡ ਕੇ ਕੀਰਤਪੁਰ ਆ ਕੇ ਰਹਿਣ ਲੱਗ ਪਿਆ ਤੇ ਉਸ ਦਾ ਇੰਨਾ ਦਰਦਨਾਕ ਅੰਤ ਹੋਇਆ ਕਿ ਆਪਾਂ ਸੋਚ ਵੀ ਨਹੀਂ ਸਕਦੇ। ਉਸ ਦੇ 4 ਪੁੱਤਰ ਇੱਕ ਇੱਕ ਕਰਕੇ ਪੂਰੇ ਹੋ ਗਏ। ਸਾਰਾ ਪਰਿਵਾਰ ਉਸ ਦੀਆਂ ਅੱਖਾਂ ਦੇ ਸਾਹਮਣੇ ਖਤਮ ਹੋ ਗਿਆ। ਸ਼ਾਹੀ ਟਿੱਬੀ ਦੇ ਸਰਸੇ ਦੇ ਕੰਢੇ ਜਿਸ ਦਲੇਰੀ ਦੇ ਸਦਕ ਨਾਲ ਇਹਨਾਂ ਸਿੰਘਾਂ ਦੀ ਗਿਣਤੀ ਨੇ ਟਾਕਰਾ ਕੀਤਾ, ਉਹ ਬੇਮਿਸਾਲ ਸੀ।
ਜੋ ਜਰਨੈਲ ਜੂਝ ਕੇ ਸ਼ਹੀਦ ਹੋਏ ਉਹਨਾਂ ਵਿੱਚ ਭਾਈ ਜੀਵਨ ਸਿੰਘ, ਭਾਈ ਬਚਿੱਤਰ ਸਿੰਘ ਤੇ ਭਾਈ ਉਦੇ ਸਿੰਘ ਜੀ ਸਨ। ਰਾਜਿਆਂ ਵਿੱਚ ਰਾਜਾ ਕਹਿਲੂਰ ਦੀ ਫੌਜ, ਇਹ ਉਹ ਰਾਜਿਆਂ ਦੀ ਫੌਜ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਉਣ ਵਿੱਚ ਇਕੱਠੇ ਹੋਏ ਸਨ। ਇਹ ਕਿਹੜੇ ਰਾਜੇ ਸਨ? ਜਿਨ੍ਹਾਂ ਵਿੱਚ ਰਾਜਿਆਂ ਵਿੱਚ ਰਾਜਾ ਇੱਕ ਤਾਂ ਕਹਿਲੂਰ ਦੀ ਫੌਜ ਸੀ, ਦੂਸਰੀ ਰਾਜਾ ਬੜੌਲੀ ਦੀ ਫੌਜ, ਤੀਸਰੀ ਰਾਜਾ ਕਸੌਲੀ ਦੀ ਫੌਜ, ਚੌਥਾ ਰਾਜਾ ਕਾਂਗੜਾ ਦੀ ਫੌਜ, ਪੰਜਵਾਂ ਰਾਜਾ ਨਦੌਣ ਦੀ ਫੌਜ, ਛੇਵਾਂ ਰਾਜਾ ਨਾਹਨ ਦੀ ਫੌਜ, ਸੱਤਵਾਂ ਰਾਜਾ ਬੁੜਾਇਲ ਦੀ ਫੌਜ, ਅੱਠਵਾਂ ਰਾਜਾ ਚੰਬਾ ਦੀ ਫੌਜ, ਨੌਵਾਂ ਰਾਜਾ ਭੰਬੋਰ ਦੀ ਫੌਜ, 10 ਰਾਜਾ ਚੰਬੇਲੀ ਦੀ ਫੌਜ, 11 ਰਾਜਾ ਜੰਮੂ ਦੀ ਫੌਜ, 12 ਰਾਜਾ ਨੂਰਪੁਰ ਦੀ ਫੌਜ, 13 ਰਾਜਾ ਜਸਪਾਲ ਦੀ ਫੌਜ, 14 ਰਾਜਾ ਸ਼੍ਰੀ